नमस्कार दोस्तों। मैं जी जनवरी 2023 है जी। ਗਣਤੰਤਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਪੂਰੇ ਹਿੰਦੁਸਤਾਨ ਦੇ ਵਿੱਚ। ਅਸੀਂ ਇਸ ਨੂੰ ਹੈਪੀ ਰਿਪਬਲਿਕ ਡੇ ਔਰ ਗਣਤੰਤਰ ਦਿਵਸ ਦੇ ਉਪਰਾਲੇ ਵਿੱਚ ਮੈਂ ਸਾਰੇ ਹੀ ਹਿੰਦੁਸਤਾਨ ਦੇ ਜਿਹੜੇ ਵੀ ਨਾਗਰਿਕ ਜਿੱਥੇ ਵੀ ਦੁਨੀਆ 'ਚ ਬੈਠੇ ਉਹਨਾਂ ਨੂੰ ਬੜੀਆਂ ਢੇਰ ਸਾਰੀ ਸ਼ੁਭਕਾਮਨਾ ਤੇ ਵਧਾਈਆਂ ਦਿੰਦਾ ਜੀ। ਔਰ ਦੋਸਤੋ ਬੜਾ ਅੱਛਾ ਲੱਗਦਾ ਜਦੋਂ ਅਸੀਂ ਇਸ ਚੀਜ਼ ਨੂੰ ਇੱਕ ਫੈਸਟੀਵਲ ਦੀ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ। ਔਰ ਸਭ ਤੋਂ ਅੱਛਾ ਲੱਗਦਾ ਜਦੋਂ ਹਰ ਸਟੇਟ ਦੀ ਜਾਂ ਸੈਂਟਰੀ ਸਾਡੀ ਸਰਕਾਰਾਂ ਜਦੋਂ ਇਹਨੂੰ ਪ੍ਰੋਪਰ ਇੱਕ ਜਸ਼ਨ ਦੇ ਰੂਪ ਦੇ ਵਿੱਚ, ਚਾਹੇ ਅਸੀਂ ਜੋ ਸਕੂਲ ਟਾਈਮ 'ਚ ਪੜ੍ਹਦੇ ਸੀ, ਕਾਲਜ ਟਾਈਮ 'ਤੇ ਪੜ੍ਹਦੇ ਸੀ, ਪ੍ਰੋਪਰ ਇਹਨੂੰ ਇੱਕ ਇਵੈਂਟ ਦੇ ਤੌਰ ਤੇ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਵਾ। ਤੇ ਦੋਸਤੋ ਗਣਤੰਤਰ ਦਿਵਸ ਦੀ ਬਹੁਤ ਵੱਡੀ ਇੱਕ ਕਹਿ ਲਓ ਸਾਡਾ ਇੱਕ ਥੰਬ ਹੈ ਜਿਹਦੇ ਬੇਸ ਤੇ ਹਿੰਦੁਸਤਾਨ ਪੂਰਾ ਮੂਵ ਕਰਦਾ ਜੀ। ਮੈਂ ਅੱਜ ਥੋੜਾ ਜਿਹਾ ਤੁਹਾਨੂੰ ਜਿਹੜੀ ਇਸ ਦੇ ਰਿਲੇਟਡ ਕੁਝ ਚੀਜ਼ਾਂ ਸ਼ੇਅਰ ਕਰਾਂਗਾ ਜੀ ਕਿ ਜਿਹੜਾ ਗਣਤੰਤਰ ਦਿਵਸ ਜਿਹੜਾ ਹੈਗਾ ਵਾ ਕਿਸ ਦਿਨ ਤੋਂ ਸਟਾਰਟ ਕੀਤਾ ਗਿਆ ਸੀ। ਇਹ ਸਾਡਾ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈਗਾ, ਸੰਵਿਧਾਨ ਹੈਗਾ ਜਿਹੜਾ, ਇਹ 26 ਜਨਵਰੀ 1950 ਦੇ ਵਿੱਚ ਲਾਗੂ ਹੋਇਆ ਕੀਤਾ ਗਿਆ ਸੀ ਜੀ। ਔਰ ਜਿਹੜਾ ਅੱਜ ਦਾ ਜੇ ਆਪਾਂ ਕਹੀਏ, ਜੇ ਹੁਣ ਅਸੀਂ ਇੱਕ ਰਿਪਬਲਿਕ ਕੰਟਰੀ ਹੈ ਜੀ ਸਾਡਾ ਜਿਹੜਾ ਇੰਡੀਆ ਹੈਗਾ ਵਾ, ਤੇ ਉਹਦੇ ਵਿੱਚ ਰਿਪਬਲਿਕ ਕੰਟਰੀ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਹੈ ਮੋਸਟ ਪਾਵਰਫੁਲ ਇੱਕ ਕਹਿ ਲਓ ਆਧਾਰ ਹੈਗਾ ਵਾ, ਜਿਹਦੇ ਵਿੱਚ ਜਨਤਾ ਦੁਆਰਾ ਚੁਣੀ ਹੋਈ ਨੁਮਾਇੰਦਗੀਆਂ ਨੂੰ ਮੌਕਾ ਮਿਲਦਾ ਤੇ ਸੰਵਿਧਾਨ ਦੇ ਤਹਿਤ ਉਹ ਸਰਕਾਰ ਦੇ ਰੂਲ ਨੂੰ ਫੋਲੋ ਕਰਦੇ ਆ ਜੀ। ਜੇ ਅਸੀਂ ਦੋਸਤੋ ਗੱਲ ਕਰੀਏ ਕਨਸਟੀਟਿਊਸ਼ਨ ਦੀ ਜਿਵੇਂ ਇਹਦੀ ਬਣਾਇਆ ਕਿਵੇਂ ਗਿਆ, ਇਹ ਤਕਰੀਬਨ ਅਸੀਂ ਜੇ ਗੱਲ ਕਰੀਏ 1935 ਦੇ ਲਾਗੇ ਜਦੋਂ ਇਹ ਇੱਕ ਬਿਫੋਰ ਇੰਡੀਪੈਂਡੈਂਸ, ਠੀਕ ਹੈ ਜੀ, ਲੋਕਾਂ ਵਿੱਚ ਮੰਗ ਆਈ, ਜਿਹੜੇ ਅੱਛੇ ਲੋਕ ਸਕਾਲਰਸ ਸੀਗੇ ਜਾਂ ਉਸ ਟਾਈਮ ਦੇ ਜਿਹੜੇ ਚਾਹੁੰਦੇ ਸੀ ਕਿ ਹਿੰਦੁਸਤਾਨ ਦੇ ਵਿੱਚ ਚੇਂਜ ਆਵੇ, ਤਾਂ 1935 'ਚ ਇੱਕ ਮੰਗ ਕ੍ਰੀਏਟ ਕੀਤੀ ਗਈ ਜਿਹਦੇ ਵਿੱਚ ਕਿ ਉਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਸਾਡਾ ਵੀ ਕਨਸਟੀਟਿਊਸ਼ਨ ਕ੍ਰੀਏਟ ਹੋਣਾ ਚਾਹੀਦਾ, ਕਿ ਸੰਵਿਧਾਨ ਹੋਣਾ ਚਾਹੀਦਾ ਜਿਹਦੇ ਤਹਿਤ ਅਸੀਂ ਜਿਹੜਾ ਹਿੰਦੁਸਤਾਨ ਨੂੰ ਅਸੀਂ ਇੱਕ ਮਾਰਗਦਰਸ਼ਨ ਜਾਂ ਇੱਕ ਅੱਛੀ ਰੋਡ ਮੈਪ ਬਣ ਸਕੇ। ਤੇ ਇਸ ਚੀਜ਼ ਨੂੰ ਜਦੋਂ ਕੰਟੀਨਿਊ ਕਰਦੇ ਕਰਦੇ 1940 ਦੇ ਵਿੱਚ ਜਿਹੜਾ ਹੈਗਾ ਵਾ ਇੱਕ ਜਿਹੜੀ ਕਹਿ ਲਓ ਇੱਕ ਕਮੇਟੀ ਜਾਂ ਸਭਾ ਨੂੰ ਸੰਗਠਨ ਕਰਨ ਲਈ ਨੋਮੀਨੇਸ਼ਨਸ ਮੰਗੀਆਂ ਗਈਆਂ। ਤੇ ਦੈਨ 1946 ਦੇ ਵਿੱਚ ਜਦੋਂ ਜੀ ਇੱਕ ਬਣਾਈ ਗਈ ਹੈ ਜੀ 1946 ਦੇ ਵਿੱਚ कैबिनेट मिशन योजना के तहत संविधान सभा के गठन के लिए चुनाव हुए। 1946 ਦੇ ਵਿੱਚ ਪ੍ਰੋਪਰ ਇਹਦੀ ਦੇਖੋ ਇੱਕ ਸਿਸਟਮ ਦੇ ਵਿੱਚ ਤਹਿਤ ਇਸ ਚੀਜ਼ ਨੂੰ ਕਨਸਟੀਟਿਊਟ ਕੀਤਾ ਗਿਆ ਜੀ। ਤੇ ਜਦੋਂ ਇਨੀਸ਼ੀਅਲੀ ਜਦੋਂ ਕਹਿੰਦੇ ਕਿ ਜਦੋਂ ਇਹ ਲਿਖਿਆ ਗਿਆ ਜੀ ਕਨਸਟੀਟਿਊਸ਼ਨ ਗਠਨ ਕੀਤਾ ਗਿਆ ਤਾਂ 389 ਸੀਗੇ ਜੀ ਸੰਵਿਧਾਨ ਸਭਾ ਦੇ ਸਦस्यों की ਜਿਹੜੀ ਸੰਖਿਆ ਸੀ ਜਿਹੜੀ ਕਹਿੰਦੇ ਆ, ਠੀਕ ਹੈ, ਯਾਨੀ ਟੋਟਲ ਜਦੋਂ ਫਾਰਮੇਸ਼ਨ ਕੀਤੀ ਗਈ ਜੀ। ਔਰ ਸਭ ਤੋਂ ਅੱਛੀ ਇਹਦੀ ਚੀਜ਼ ਹੈ ਸਾਡੇ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਸੰਵਿਧਾਨ ਹੈ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਸਟਰੋਂਗ ਮੰਨਿਆ ਜਾਂਦਾ, ਸਭ ਤੋਂ ਲੰਬਾ ਮੰਨਿਆ ਜਾਂਦਾ, ਔਰ ਬਹੁਤ ਅੱਛਾ ਖੂਬਸੂਰਤੀ ਇਹਦੀ ਹੈ ਜੀ। ਇਸ ਜਦੋਂ ਸੰਵਿਧਾਨ ਨੂੰ ਬਣਾਇਆ ਗਿਆ ਤਾਂ ਉਦੋਂ ਤਕਰੀਬਨ ਜਿੰਨੇ ਵੀ ਉਸ ਟਾਈਮ ਦੇ ਸਭਾ ਦੇ ਸਦस्य ਸੀ ਜਿਹੜਿਆਂ ਨੇ ਇਸ ਚੀਜ਼ ਨੂੰ ਕ੍ਰੀਏਟ ਕੀਤਾ, ਤੇ ਉਹ 60 ਦੇਸ਼ਾਂ ਤੋਂ ਅਲੱਗ-ਅਲੱਗ ਸੰਵਿਧਾਨ ਉਹਨਾਂ ਨੇ ਕਲੈਕਟ ਕੀਤਾ। 60 ਡੇਜ਼ ਜਿਹੜੇ 60 ਕੰਟਰੀਜ਼ ਦੇ ਜਿਹੜੇ ਸੰਵਿਧਾਨ ਸੀ ਉਹਨਾਂ ਨੂੰ ਕਲੈਕਟਿਵਲੀ ਰੀਡ ਆਊਟ ਕੀਤਾ। ਉਹ ਤੋਂ ਜਿਹੜਾ ਬੈਸਟ ਪਾਰਟ ਸੀ, ਜਿਹੜਾ ਲੱਗਦਾ ਸੀ ਕਿ ਹਾਂ ਵੀ ਹਿੰਦੁਸਤਾਨ ਦੀ ਬਹੁਤ ਅੱਛਾ, ਤਾਂ ਕਲੈਕਟਿਵਲੀ ਕਰਕੇ ਉਸ ਚੀਜ਼ ਨੂੰ ਇੱਕ ਕਲਮਬੰਦ ਦੀ ਸ਼ੇਪ ਦੇ ਵਿੱਚ ਇੱਕ ਕਨਸਟੀਟਿਊਸ਼ਨ ਮੂਵ ਤਿਆਰ ਕੀਤਾ ਗਿਆ। ਤੇ ਦੋਸਤੋ ਜੇ ਹੁਣ ਅਸੀਂ ਇਸ ਸਾਡੀ ਜਿਹੜੀ ਸਭ ਤੋਂ ਸਟਰੋਂਗ ਕਹਿ ਲਓ ਕਨਸਟੀਟਿਊਸ਼ਨ ਹੈ ਪੂਰੀ ਦੁਨੀਆ ਦੇ ਵਿੱਚ ਅਸੀਂ ਮੰਨਦੇ ਹਾਂ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਹੈਗਾ ਵਾ, ਤੇ ਇਹਦੇ ਵਿੱਚ ਟੋਟਲ ਜੇ ਆਪਾਂ ਗੱਲ ਕਰੀਏ ਜਿਹੜੀ ਸਟਰੈਂਥ ਆਫ ਦਾ ਕਨਸਟੀਟਿਊਸ਼ਨ ਸਾਡੀ ਹੈਗੀ ਜੀ 22 ਜਿਹੜੇ ਹੈਗੇ ਜੀ ਚੈਪਟਰਸ, ਜਿਹੜੀ 22 ਭਾਗ ਹੈ, 448 ਇਹਦੇ ਵਿੱਚ ਲੇਖ ਹੈਗੇ ਆ, 12 ਜੇ ਕਹਿ ਲਓ ਅਨੁਸੂਚੀਆਂ ਹੈਗੀਆਂ ਜੀ। ਦੈਨ 5 परिशिष्ट के साथ भारतीय संविधान दुनिया में सबसे लंबा लेख है जी, यानी सब तो लॉन्गेस्ट सब तो स्ट्रोंगेस्ट ये मन्निया जाता जी। और सैकेंड ਇਹਦੇ ਵਿੱਚ ਕੀ ਹੈ ਜੀ, ਟੋਟਲ ਜਦੋਂ ਲਿਖਿਆ ਗਿਆ ਜੀ 251 ਪੇਜ ਹੈਗੇ ਮੂਲ ਸੰਵਿਧਾਨ की ਹਸਤ ਲਿਖਿਤ ਪਾਂਡੁਲਿਪੀ, ਜਿਹੜੀ ਜਦੋਂ ਉਸ ਟਾਈਮ ਜਦੋਂ ਫਰਸਟ ਲਿਖਿਆ ਗਿਆ ਸੀ ਦੈਟ ਇਜ਼ हैंड रिटन ਸੀਗਾ, ਉਹ 'ਚ 251 पेजेस ਸੀਗੇ जी। और ये पांडुलिपि 22 इंच लंबी और 16 इंच चौड़ी है। नैक्सट की गल करिए बिफोर जो 26 नवंबर 1949 तो पहला जो 2000 संशोधन किए जा चुके थे संविधान में 26 नवंबर 1949 तो पहला
ਇਹਨੂੰ ਫਾਈਨਲ ਕਰਨ ਤੋਂ ਪਹਿਲਾਂ ਜਿਹੜੇ ਇਹ ਬੇਸਿਕਲੀ ਦੇਖੋ ਮੇਰਾ ਪਰਪਸ ਸਿਰਫ ਅਵੇਅਰ ਕਰਨਾ ਜਿਹੜੀ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ, ਜਿਹੜੀ ਨਏ ਆਉਣ ਵਾਲੇ ਜਿਹੜੇ ਬੱਚੇ ਹੈ, ਯੂਥ ਹੈ ਜਿਹੜਾ ਸਾਡਾ, ਉਹਨਾਂ ਨੂੰ ਇਹ ਚੀਜ਼ਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਜਿਹੜੀ ਸਟਰੈਂਥ ਕੀ ਹੈ। ਸਾਡੀ ਸਟਰੈਂਥ ਸਾਡਾ ਕਨਸਟੀਟਿਊਸ਼ਨ ਹੈ, ਸਾਡਾ ਸੰਵਿਧਾਨ ਹੈ, ਜਿਹੜੇ ਕਿੰਨੇ ਪੂਰੀ ਦੁਨੀਆ 'ਚੋਂ ਸਭ ਤੋਂ ਬੈਸਟ ਇੱਕ ਚੀਜ਼ ਹੈ। ਤੇ ਦੈਨ ਇਸ ਤੋਂ ਬਾਅਦ 105 संशोधन किए जा चुके हैं लागू होने के बाद, यानी आफ्टर जो कॉन्स्टिट्यूशन ਨੂੰ लागू ਕੀਤਾ ਗਿਆ 26 जनवरी 1950 ਤੋਂ ਬਾਅਦ 105 ਜਿਹੜੇ ਹੈਗੇ ਆ ਅਮੈਂਡਮੈਂਟਸ ਕੀਤੀਆਂ ਗਈਆਂ ਜੀ ਟਿਲ ਦੇ। ਉਹਦੇ ਵਿੱਚੋਂ ਜੇ ਹੁਣ ਅਸੀਂ ਦਸੀਏ ਕਿ ਇਹ ਜਿਹੜੀ ਤਾਕਤ ਕੀ ਹੈ ਜੀ, ਜੇ ਟੋਟਲ ਅਸੀਂ ਬਦਲਾਅ ਦੇਖੀਏ ਕਿ ਅਮੈਂਡਮੈਂਟ ਜਿਹੜੀਆਂ ਮੌਲਿਕ ਅਧਿਕਾਰ ਜਿਹੜੇ ਸਾਨੂੰ ਸੰਵਿਧਾਨ ਨੇ ਦਿੱਤੇ ਹੈ ਜੀ, ਉਹ ਲਿਖਿਆ ਜੀ ਪਿਛਲੇ 73 सालों में संविधान में हुए कई बदलाव, ठीक है जी। और ਇਹਦੇ 'ਚ ਜੇ ਆਪਾਂ ਗੱਲ ਕਰੀਏ ਸਭ ਤੋਂ ਜਿਹੜੀ ਸਟਰੋਂਗ ਆਪਾਂ ਗੱਲ ਕਰਦੇ ਹਾਂ ਕੁਝ ਜਿਹੜੇ ਅਧਿਕਾਰ ਆਮ ਪਬਲਿਕ ਨੂੰ ਦਿੱਤੇ ਗਏ ਸਾਡੇ ਕਨਸਟੀਟਿਊਸ਼ਨ ਸੰਵਿਧਾਨ ਦੇ ਮੁਤਾबिक 1951 ਦੇ ਵਿੱਚ पिछड़े वर्गों की उन्नति का हक, संविधान के पहले संशोधन में सामाजिक तथा आर्थिक रूप से पिछड़े वर्गों की उन्नति के लिए विशेष उपबंध बनाने के उद्देश्य से राज्यों को शक्तियां दी गई थी, ठीक है जी। यानी फर्स्ट जो उन्होंने एक कॉन्स्टिट्यूशन के रूप ਨੂੰ ਪ੍ਰੋਪਰ ਜਦੋਂ ਉਸ ਰੂਪ ਰੇਖਾ ਨੂੰ ਅੱਗੇ ਰੋਡ ਮੈਪ ਲੋਕਾਂ ਵਾਸਤੇ ਜਾਰੀ ਕੀਤੇ ਜੀ। ਦੈਨ 1964 ਦੇ ਵਿੱਚ ਭੂਮੀ ਕੇ ਬਦਲੇ ਬਾਜ਼ਾਰ ਮੁੱਲ, यानी ये बहुत ਵੱਡੀ ਚੀਜ਼ ਕੀਤੀ ਗਈ ਜੀ 1964 ਦੇ ਵਿੱਚ। इसके जरिए यदि भूमि का बाजार मूल्य बतौर मुआवजा न दिया जाए तो व्यक्तिगत हितों के लिए भू अधिकरण प्रतिबंध कर दिया जाएगा। दैन उस तो बाद थर्ड सीगा जी 1976 ਵਿੱਚ अखंडता पर निष्पक्षता शब्द जोड़े, यानी कुछ उन्होंने कॉन्स्टिट्यूशनली ਜਿਹੜੇ वर्ड सी वो स्ट्रॉन्ग ਇਹਦੇ ਵਿੱਚ लागू किए गए जी। जिमें संविधान में 42 संशोधन के जरिए संविधान की प्रस्तावना में समाजवादी पंथ निरपेक्ष और अखंडता 3 नए शब्द को जोड़ा गया। उस तो बाद 1985 ਦੇ ਵਿੱਚ दल बदल रोकने का कानून, यानी एक इन्होंने लागू किया जी जो साडी कॉन्स्टिट्यूशन बन गया जो आफ्टर 1985 का, ये भी बहुत अच्छा एक अमेंडमेंट सी जी। संविधान में 52 जोड़ा 52वां संशोधन से दल बदल विरोधी कानून लगाया गया। संसद और विधान मंडलों के सदस्यों को दल बदल के आधार पर अयोग्य ठहराने की व्यवस्था की गई, यानी ये 1985 ਦੇ ਵਿੱਚ ਜਿਹੜੀ ਅਮੈਂਡਮੈਂਟਸ ਕੀਤੀ ਗਈ ਉਹ ਹੈ जी। दैन उस तो बाद 1989 ਦੇ ਵਿੱਚ वोट का अधिकार 18 की उम्र में, यानी ਜਿਹੜਾ 1989 ਦੇ ਵਿੱਚ ਸੀਗਾ ਸਭ ਤੋਂ ਵੱਡਾ ਰੈਵੋਲੂਸ਼ਨਰੀ ਜਿਹੜਾ ਅਮੈਂਡਮੈਂਟ ਸੀਗੀ ਜਿਹੜੀ ਉਹ ਇਹ 1989 ਦੀ ਸੀ, ਜਦੋਂ ਪਹਿਲਾਂ ਇਹ ਤੋਂ 1980 ਬਿਫੋਰ ਤੋਂ ਪਹਿਲਾਂ 21 ਈਅਰ ਜਿਹੜੀ ਸੀਗੀ ਜੀ ਜਿਹੜੀ ਵੋਟ ਪਾਉਣ ਦਾ ਅਧਿਕਾਰ ਸੀਗਾ। मतदान के अधिकार का दायरा बढ़ाया, लोकसभा तथा राज्य विधानसभा के चुनाव में मतदान की आयु 18 वर्ष कर दी गई। इससे पहले मतदान की आयु 21 वर्ष थी। दैन 1992 ਵਿੱਚ ਪੰਚਾਇਤੋਂ में सभी को प्रतिनिधित्व ਦਿੱਤਾ ਗਿਆ ਜੀ। ਇਹਦੇ ਵਿੱਚ ਕੀ ਹੈ ਜੀ, ਜਦੋਂ 1992 ਦੇ ਵਿੱਚ ਜਦੋਂ ਪੰਚਾਇਤ ਜਿਹੜੀ ਹੈਗੀ ਹੈ पंचायती राज संस्थानों को संवैधानिक दर्जा तथा संरक्षण प्रदान किया गया। ਉਹਦੇ ਵਿੱਚ ਕੀ ਹੈ ਜੀ, ਯਾਨੀ ਆਮ ਜਿਵੇਂ ਆਮ ਜਨ ਸਾਧਾਰਨ ਦੀ ਪਾਰਟਿਸਿਪੇਸ਼ਨ ਵੱਧ ਗਈ ਉਹਦੇ ਵਿੱਚ। 2002 ਦੇ ਵਿੱਚ ਜਿਹੜਾ ਹੋਰ ਇਹ ਤੋਂ ਬਹੁਤ ਹੀ ਰੈਵੋਲੂਸ਼ਨਰੀ ਜਿਹੜਾ ਅਮੈਂਡਮੈਂਟ ਸੀਗਾ ਜੀ, ਜਿਹੜੀ ਹਿੰਦੁਸਤਾਨ ਦੀ ਜਿਹੜੀ ਰੂਪ ਰੇਖਾ, ਕਹਿੰਦੇ ਜਿਹੜੀ ਪੜ੍ਹਾਈ ਹੈ ਵਿਦਿਆ ਵਾ ਬਹੁਤ ਸਟਰੋਂਗ ਆਧਾਰ ਹੈ ਜੀ ਕਿਸੇ ਵੀ ਕੰਟਰੀ ਮੁਲਕ ਜਾਂ ਸਟੇਟ ਡਿਸਟ੍ਰਿਕਟ ਦਾ ਆਧਾਰ ਹੁੰਦਾ ਜੀ। ਜਿਹੜੀ ਜਿੱਥੇ ਪੜ੍ਹੀ ਲਿਖੀ ਜਨਤਾ ਹੁੰਦੀ ਆ ਉੱਥੇ ਨੈਚੁਰਲੀ ਅੱਛਾ ਮਾਹੌਲ ਇੱਕ ਬਣਦਾ। ਤੇ 2002 ਦੇ ਵਿੱਚ ਸਿੱਖਿਆ ਮੌਲਿਕ ਅਧਿਕਾਰ ਦਾ ਇੱਕ ਅਮੈਂਡਮੈਂਟ ਕੀਤੀ ਗਈ, ਸਿੱਖਿਆ ਕੋ ਮੌਲਿਕ ਅਧਿਕਾਰ बनाया गया, यानी बेसिक एजुकेशन कंपल्सरी एजुकेशन जिन्होंने कहते हैं जी। प्रथम किया गया कि सरकारें 14 वर्ष की आयु पूरी करने तक सभी बच्चों के लिए मुफ्त अनिवार्य शिक्षा प्रदान करने का प्रयास करेगी। ये बहुत बड़ा एक अधिकार दिता गया जी आम जन साधारण। दैन उस तो बाद 2019 में आर्थिक कमजोर को आरक्षण, ठीक है जी। 2019 ਦੇ ਵਿੱਚ ਜਿਹੜਾ स्वतंत्र भारत में पहली बार आर्थिक रूप से कमजोर वर्गों के लिए आरक्षण की व्यवस्था की गई। आर्थिक रूप से कमजोर वर्गों के लिए 10% आरक्षण व्यवस्था की गई। यानी ये देखो ਜਿਹੜੇ ਕਨਸਟੀਟਿਊਸ਼ਨ ਇੱਕ ਕਿਸੇ ਵੀ ਕੰਟਰੀ ਦਾ ਜਿਹੜਾ ਹੁੰਦਾ ਬਹੁਤ ਵੱਡਾ ਇੱਕ ਬੇਸ ਆਧਾਰ ਹੁੰਦਾ ਹੈ। ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ ਜੀ, ਕਨਸਟੀਟਿਊਸ਼ਨ ਆਫ ਇੰਡੀਆ ਜਿਹਨੂੰ ਕਹਿੰਦੇ ਆਪਾਂ, ਉਹ ਬਹੁਤ ਹੀ ਵੱਡਾ ਤੇ ਬਹੁਤ ਹੀ ਕਹ ਲਓ ਸਟਰੋਂਗ ਇੱਕ ਆਧਾਰ ਹੈ। ਜਿਸ ਦਿਨ ਇਹ ਡਰਾਫਟ ਕੀਤਾ ਗਿਆ, ਜਿਸ ਦਿਨ ਇਹਨੂੰ ਲਾਗੂ ਕੀਤਾ ਗਿਆ ਜੀ, ਉਸ ਦਿਨ ਤਕਰੀਬਨ ਜਦੋਂ ਇਹ ਲਾਗੂ ਕੀਤਾ ਜੀ 24 ਜਨਵਰੀ ਨੂੰ ਜਦੋਂ ਸਾਈਨ ਕੀਤੇ ਗਏ ਜੀ, 24 ਜਨਵਰੀ 1950 ਨੂੰ। ਔਰ ਮੋਸਟ ਆਫ 284 ਜਿਹੜੇ ਉਸ ਟਾਈਮ ਦੇ ਪਾਰਲੀਮੈਂਟਰੀ ਸੀ, ਸਾਂਸਦ ਸੀਗੇ, ਉਹਨਾਂ ਨੇ ਇਹਨੂੰ ਸਾਈਨ ਕੀਤਾ ਗਿਆ।
ਯਾਨੀ ਇਹ ਕੁਝ ਚੀਜ਼ਾਂ ਸੀ ਜਿਹੜੀਆਂ ਦੋਸਤੋ ਆਮ ਸਾਰੇ ਹਿੰਦੁਸਤਾਨ ਦੇ ਜਿਹੜੇ ਵਸਨੀਕ ਹੈ ਜਿੱਥੇ ਵੀ ਦੁਨੀਆ 'ਚ ਵਸਦੇ ਉਹਨਾਂ ਨੂੰ ਪਤਾ, ਲੇਕਿਨ ਸਾਡਾ ਪਰਪਸ, ਮੇਰਾ ਪਰਪਸ ਜਸਟ ਇਹ ਹੈ ਕਿ ਟੂ ਅਵੇਅਰ ਦਾ ਮਾਸਸ, ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਜਿਹੜੇ ਯੂਥ ਹੈ, ਜਿਹੜੇ ਸਾਡੇ ਜਿਹੜੇ ਆਉਣ ਵਾਲੇ ਲੀਡਰਸ ਹੈਗੇ ਹੈ ਜਾਂ ਪਿਲਰਸ ਹੈ ਹਿੰਦੁਸਤਾਨ ਨੂੰ, ਮੈਂ ਚਾਹੁੰਦਾ ਉਹਨਾਂ ਨੂੰ ਜ਼ਰੂਰ ਇਸ ਚੀਜ਼ ਨੂੰ ਅਵੇਅਰ ਕੀਤਾ ਜਾਵੇ। ਮੈਂ ਹਰ ਪੇਰੈਂਟਸ ਨੂੰ, ਹਰ ਟੀਚਰ ਨੂੰ, ਹਰ ਇੱਕ ਨਾਗਰਿਕ ਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਜਿਹੜੀ ਇਹ ਸੈਲੀਬ੍ਰੇਸ਼ਨਸ ਹੈ, ਜਿਹੜੀ ਰਿਪਬਲਿਕ ਡੇ ਦੀ ਜਾਂ ਗਣਤੰਤਰ ਦਿਵਸ ਦੀ, ਇਹਨੂੰ ਬਹੁਤ ਅੱਛੀ ਤਰ੍ਹਾਂ ਹਰਲਾ ਉਤਸ਼ਾਹ ਨਾਲ ਮਨਾਇਆ ਜਾਵੇ। ਔਰ ਸਭ ਤੋਂ ਵੱਡਾ ਭਾਈਚਾਰੇ ਨੂੰ ਹਮੇਸ਼ਾ ਪ੍ਰਮੋਟ ਕਰਨਾ ਚਾਹੀਦਾ ਜੀ। ਜਿੱਥੇ ਵੀ ਤੁਹਾਨੂੰ ਲੱਗਦਾ ਕਿ ਅੱਛਾ ਕੋਈ ਨੇਕ ਕਾਰਜ ਜ਼ਰੂਰ ਕਰੋ। ਮੈਂ ਫਿਰ ਸਾਰੇ ਹਿੰਦੁਸਤਾਨ ਦੇ ਵਸਨੀਕ ਜਿਹੜੇ ਪੂਰੀ ਦੁਨੀਆ 'ਚ ਕਿਸੇ ਵੀ ਕੰਟਰੀ 'ਚ ਬੈਠੇ ਆ ਜੀ, ਮੈਂ ਸਭ ਨੂੰ ਢੇਰ ਸਾਰੀ ਵਧਾਈ ਦਿੰਦਾ, ਸ਼ੁਭਕਾਮਨਾ ਦਿੰਦਾ। ਔਰ ਗਣਤੰਤਰ ਦਿਵਸ ਦੇ ਉਪਲਕਸ਼ ਤੇ ਬਹੁਤ ਸਾਰੀਆਂ ਮੈਂ ਮੁਬਾਰਕਾਂ ਦਿੰਦਾ। ਤੇ ਇੱਕ ਵਾਰ ਫਿਰ ਮੈਂ हैप्पी रिपब्लिक डे, जय हिंद, जय भारत, वंदे मातरम, हिंदुस्तान हमारा है। धन्यवाद लोगों, थैंक यू सो मच।